हाँ जी, सैकंड ईयर साइंस की यह 16वीं क्लास है। इस तो पहले अपनी 15 क्लासा हो चुकिया हैं, 15 क्लासिस हो चुकिया हैं। जेकर तुसी वो नहीं देखिया तो वो जरूर देख लो जी। हाँ जी, इस क्लास में आप करांगे विज्ञान पाठ योजना तत्त ਅਤੇ बनतर। इस क्लास में करांगे आप जी। थर्ड यूनिट अपनी चल रही है विज्ञान पाठ योजना तत्त ਅਤੇ बनतर। ਡੇਵਿਸ ਦੇ ਸ਼ਬਦਾਂ ਵਿੱਚ ਅਧਿਆਪਕ ਲਈ ਕੋਈ ਵੀ ਚੀਜ਼ ਇੰਨੀ ਘਾਤਕ ਨਹੀਂ ਹੈ ਜਿੰਨੀ ਕਿ ਤਿਆਰੀ ਦਾ ਨਾ ਹੋਣਾ। ਹਾਂਜੀ, ਡੇਵਿਸ ਨੇ ਕਿਹਾ ਹੈ ਅਧਿਆਪਕ ਲਈ ਕੋਈ ਵੀ ਚੀਜ਼ ਇੰਨੀ ਘਾਤਕ ਨਹੀਂ ਹੈ ਜਿੰਨਾ ਕਿ ਤਿਆਰੀ ਦਾ ਨਾ ਹੋਣਾ। ਇਸ ਕਥਨ ਤੋਂ ਸਾਨੂੰ ਅਧਿਆਪਕ ਲਈ ਪੂਰਵ ਤਿਆਰੀ ਭਾਵ ਪਾਠ ਯੋਜਨਾ ਦੇ ਮਹੱਤਵ ਦਾ ਪਤਾ ਚੱਲਦਾ ਹੈ। ਸ਼੍ਰੇਣੀ ਵਿੱਚ ਜਾਣ ਤੋਂ ਪਹਿਲਾਂ ਅਧਿਆਪਕ ਦੀ ਤਿਆਰੀ ਪਾਠ ਯੋਜਨਾ ਦੇ ਰੂਪ ਵਿੱਚ ਹੁੰਦੀ ਹੈ। ਕਾਰਟਰ ਵੀ ਗੂਡਸ ਦੇ ਅਨੁਸਾਰ ਪਾਠ ਯੋਜਨਾ ਕਿਸੇ ਪਾਠ ਦੇ ਮਹੱਤਵਪੂਰਨ ਤੱਥਾਂ ਦੀ ਰੂਪਰੇਖਾ ਹੁੰਦੀ ਹੈ ਜਿਸ ਨੂੰ ਪੇਸ਼ਕਾਰੀ ਦੇ ਹਿਸਾਬ ਨਾਲ ਤਰਤੀਬਿਆ ਗਿਆ ਹੁੰਦਾ ਹੈ। ਇਸ ਵਿੱਚ ਉਦੇਸ਼, ਪ੍ਰਸ਼ਨ, ਲੋੜੀਂਦੀ ਸਮੱਗਰੀ ਦੇ ਹਵਾਲੇ ਅਤੇ ਕੰਮ ਸੌਂਪਣੀਆਂ ਆਦਿ ਸ਼ਾਮਲ ਹੁੰਦੀਆਂ ਹਨ। ਹਾਂਜੀ, ਵਿਗਿਆਨ ਪਾਠ ਯੋਜਨਾ ਤੱਤ ਅਤੇ ਬਣਤਰ। ਡੇਵਿਸ ਨੇ ਕੀ ਕਿਹਾ ਹੈਗਾ, ਅਧਿਆਪਕ ਲਈ ਕੋਈ ਵੀ ਚੀਜ਼ ਇੰਨੀ ਘਾਤਕ ਨਹੀਂ ਹੈ ਜਿੰਨੀ ਕਿ ਉਸਦੀ ਤਿਆਰੀ ਦਾ ਨਾ ਹੋਣਾ ਹੈ। ਇਸ ਕਦਮ ਤੋਂ ਸਾਨੂੰ ਅਧਿਆਪਕ ਲਈ ਪੂਰਵ ਤਿਆਰੀ, ਜੋ ਉਸਨੇ ਕਲਾਸ ਵਿੱਚ ਜਾ ਕੇ ਕੋਈ ਵੀ ਪਾਠ ਜਾਂ ਲੈਸਨ ਕਰਾਉਣਾ ਹੈ ਉਸ ਤੋਂ ਪਹਿਲਾਂ ਜੋ ਪੂਰਵ ਤਿਆਰੀ ਹੈ ਉਸ ਦੀ ਯੋਜਨਾ, ਪਾਠ ਯੋਜਨਾ ਦਾ ਮਹੱਤਵ ਦਾ ਪਤਾ ਚੱਲਦਾ ਹੈ। ਸ਼੍ਰੇਣੀ ਵਿੱਚ ਜਾਣ ਤੋਂ ਪਹਿਲਾਂ ਅਧਿਆਪਕ ਦੀ ਤਿਆਰੀ ਪਾਠ ਯੋਜਨਾ ਦੇ ਰੂਪ ਵਿੱਚ ਹੁੰਦੀ ਹੈ। ਕਾਰਟਰ ਵੀ ਗੂਡਸ ਦੇ ਅਨੁਸਾਰ ਪਾਠ ਯੋਜਨਾ ਕਿਸੇ ਪਾਠ ਦੇ ਮਹੱਤਵਪੂਰਨ ਤੱਥਾਂ ਦੀ ਰੂਪਰੇਖਾ ਹੁੰਦੀ ਹੈ ਜਿਸ ਨੂੰ ਪੇਸ਼ਕਾਰੀ ਦੇ ਹਿਸਾਬ ਨਾਲ ਤਰਤੀਬਿਆ ਗਿਆ ਹੁੰਦਾ ਹੈ। ਇਸ ਉਦੇਸ਼, ਪ੍ਰਸ਼ਨ, ਲੋੜੀਂਦੀ ਸਮੱਗਰੀ ਦੇ ਹਵਾਲੇ ਅਤੇ ਕੰਮ ਸੌਂਪਣੀਆਂ ਆਦਿ ਸ਼ਾਮਲ ਹੁੰਦੀਆਂ ਨੇ। ਬੀਨਿੰਗ ਐਂਡ ਬੀਨਿੰਗ ਅਨੁਸਾਰ ਸਾਰੀਆਂ ਪਾਠ ਯੋਜਨਾਵਾਂ ਵਿੱਚ ਉਦੇਸ਼ਾਂ ਨੂੰ ਪ੍ਰਭਾਵਿਤ ਕਰਨਾ, ਵਿਸ਼ਾ ਵਸਤੂ ਨੂੰ ਚੁਣਨਾ, ਤਰਤੀਬਣਾ, ਤਰੀਕੇ ਅਤੇ ਪ੍ਰਕਿਰਿਆ ਨੂੰ ਨਿਸ਼ਚਿਤ ਕਰਨਾ ਸ਼ਾਮਿਲ ਹੁੰਦਾ ਹੈ। ਹਾਂਜੀ, ਦੋ ਡੈਫੀਨੇਸ਼ਨਾਂ ਤੁਸੀਂ ਲਿਖ ਦੋਗੇ 10 ਨੰਬਰ ਦੇ ਵੱਡੇ ਕੁਐਸਚਨ ਵਿੱਚ। ਕੁਐਸਚਨ ਇਸ ਤਰ੍ਹਾਂ ਦਾ ਬਣਿਆ ਆ ਸਕਦਾ ਇਸ ਵਿੱਚੋਂ ਹੀ, ਪਾਠ ਯੋਜਨਾ ਕੀ ਹੈ, ਇਸ ਦੀ ਤੱਤ ਅਤੇ ਬਣਤਰ ਬਾਰੇ ਦੱਸੋ, ਜਾਂ ਪਾਠ ਯੋਜਨਾ ਦੀ ਤੱਤ ਅਤੇ ਬਣਤਰ ਕਿਉਂ ਮਹੱਤਵਪੂਰਨ ਹਨ। ਇਸ ਤਰ੍ਹਾਂ ਦਾ ਕੋਈ ਵੀ ਕੁਐਸਚਨ ਬਣਿਆ ਆ ਸਕਦਾ। ਤੁਸੀਂ ਇਸ ਤਰ੍ਹਾਂ ਹੀ ਸ਼ੁਰੂ ਕਰੋਗੇ, ਡੇਵਿਸ ਦੇ ਸ਼ਬਦਾਂ ਵਿੱਚ ਅਧਿਆਪਕ ਲਈ ਕੋਈ ਵੀ ਚੀਜ਼ ਇੰਨੀ ਘਾਤਕ ਨਹੀਂ ਹੈ ਜਿੰਨੀ ਕਿ ਤਿਆਰੀ ਦਾ ਨਾ ਹੋਣਾ ਹੈ। ਉਸ ਤੋਂ ਬਾਅਦ ਤੁਸੀਂ ਇਹ ਥੋੜ੍ਹਾ ਜਿਹਾ ਲਿਖ ਕੇ ਦੋ ਪਰਿਭਾਸ਼ਾਵਾਂ ਲਿਖ ਸਕਦੇ ਹੋ। ਪਰਿਭਾਸ਼ਾਵਾਂ ਲਿਖ ਕੇ ਪੁਆਇੰਟ ਬਣਾ ਕੇ ਹੀ ਪਰਿਭਾਸ਼ਾਵਾਂ, ਡੈਫੀਨੇਸ਼ਨਸ। ਕਾਰਟਰ ਵੀ ਗੁਡਸ ਦੀ ਪਰਿਭਾਸ਼ਾ ਹੀ ਦੇ ਦਿਓ ਜੀ ਕਿ ਪਾਠ ਯੋਜਨਾ ਕਿਸੇ ਪਾਠ ਦੇ ਮਹੱਤਵਪੂਰਨ ਤੱਥਾਂ ਦੀ ਰੂਪਰੇਖਾ ਹੁੰਦੀ ਹੈ ਜਿਸ ਨੂੰ ਪੇਸ਼ਕਾਰੀ ਸਮੱਗਰੀ ਦੇ ਹਵਾਲੇ, ਪੇਸ਼ਕਾਰੀ ਦੇ ਹਿਸਾਬ ਨਾਲ ਤਰਤੀਬਿਆ ਗਿਆ ਹੁੰਦਾ ਜੀ। ਇਸ ਵਿੱਚ ਉਦੇਸ਼, ਪ੍ਰਸ਼ਨ, ਲੋੜੀਂਦੀ ਸਮੱਗਰੀ ਦੇ ਹਵਾਲੇ ਅਤੇ ਕੰਮ ਸੌਂਪਣੀਆਂ ਸ਼ਾਮਲ ਹੁੰਦੀਆਂ ਨੇ। ਇਹ ਪਰਿਭਾਸ਼ਾ 1 ਨੰਬਰ ਦੇਣ ਤੋਂ ਬਾਅਦ 2 ਨੰਬਰ ਪਾ ਕੇ ਤੁਸੀਂ ਇਹ ਪਰਿਭਾਸ਼ਾ ਦੇ ਦਿਓ। ਬੀਨਿੰਗ ਐਂਡ ਬੀਨਿੰਗ ਦੇ ਅਨੁਸਾਰ ਸਾਰੀਆਂ ਪਾਠ ਯੋਜਨਾਵਾਂ ਵਿੱਚ ਉਦੇਸ਼ਾਂ ਨੂੰ ਪ੍ਰਭਾਵਿਤ ਕਰਨਾ, ਵਿਸ਼ਾ ਵਸਤੂ ਨੂੰ ਚੁਣਨਾ ਅਤੇ ਤਰਤੀਬਣਾ, ਤਰੀਕੇ ਅਤੇ ਪ੍ਰਕਿਰਿਆ ਨੂੰ ਨਿਸ਼ਚਿਤ ਕਰਨਾ ਹੀ ਸ਼ਾਮਲ ਹੁੰਦਾ ਹੈ। ਹਾਂਜੀ, ਉਸ ਤੋਂ ਬਾਅਦ ਤੁਸੀਂ ਐਵੇਂ ਥੋੜ੍ਹਾ ਜਿਹਾ ਲਿਖ ਸਕਦੇ ਹੋ, ਵਧੀਆ ਕੁਐਸਚਨ ਦਾ ਇੰਪੈਕਟ ਪੈਂਦਾ ਐਗਜ਼ਾਮੀਨਰ 'ਤੇ। ਇਹ ਉਪਰੋਕਤ ਪਰਿਭਾਸ਼ਾ ਤੋਂ ਪਾਠ ਯੋਜਨਾ ਦੀ ਰੂਪਰੇਖਾ ਜਾਂ ਯੋਜਨਾਬੰਦੀ ਬਾਰੇ ਸੰਕੇਤ ਮਿਲਦੇ ਹਨ। ਭਾਵੇਂ ਕਿ ਪਾਠ ਯੋਜਨਾ ਦੇ ਇੱਕ ਪੱਕਾ ਖਾਕਾ ਨਹੀਂ ਬਣਾਇਆ ਜਾ ਸਕਦਾ ਜਿਹੜਾ ਕਿ ਸਾਰੇ ਵਿਸ਼ਿਆਂ ਅਤੇ ਵਿਦਿਆਰਥੀਆਂ ਦੀ ਲੋੜ ਪੂਰੀ ਕਰ ਸਕੇ। ਅਧਿਆਪਕ ਨੂੰ ਆਪਣੇ ਵਿਸ਼ਾ ਵਸਤੂ ਅਤੇ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਰਜਣਾਤਮਕ ਅਤੇ ਨਵੀਨਤਾ ਨੂੰ ਅਪਣਾਉਣਾ ਚਾਹੀਦਾ ਹੈ। ਇੱਥੇ ਪਾਠ ਯੋਜਨਾ ਦੇ ਕੁਝ ਮੂਲ ਤੱਤਾਂ ਦਾ ਵਰਣਨ ਕੀਤਾ ਜਾ ਰਿਹਾ ਹੈ ਜਿਹੜੇ ਕਿਸੇ ਵੀ ਅਧਿਆਪਕ ਲਈ ਪਾਠ ਯੋਜਨਾ ਦਾ ਨਿਰਮਾਣ ਕਰਨ ਵਿੱਚ ਸਹਾਈ ਹੋ ਸਕਦੇ ਹਨ। ਪਾਠ ਯੋਜਨਾ ਦੇ ਮੂਲ ਤੱਤ ਅਤੇ ਬਣਤਰ ਹੇਠ ਲਿਖੇ ਅਨੁਸਾਰ ਹੈ। ਹਾਂਜੀ, ਪਹਿਲਾ ਜੋ ਹੈ ਨੰਬਰ 1, ਪਾਠ ਦਾ ਸਿਰਲੇਖ ਕੀ ਹੋਣੇ ਚਾਹੀਦਾ ਪਾਠ ਯੋਜਨਾ ਦੇ ਬਣਤਰ ਵਿੱਚ। ਪਾਠ ਦਾ ਸਿਰਲੇਖ ਕੀ ਆ, ਕੋਈ ਵੀ ਤੁਹਾਨੂੰ ਪਤਾ ਹੀ ਟੋਪਿਕ ਦਾ ਪਹਿਲਾ ਟਾਈਟਲ ਹੀ ਹੁੰਦਾ। ਜਿਵੇਂ ਮੈਂ ਵੀ ਤੁਹਾਡੀਆਂ ਕਲਾਸਾਂ ਲਗਾ ਰਿਹਾ ਹਾਂ ਤਾਂ ਇਸ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਟਾਈਟਲ ਬਾਰੇ ਦੱਸੂਗਾ, ਤਾਂ ਹੀ ਤੁਹਾਨੂੰ ਪਤਾ ਲੱਗੂਗਾ ਜੀ ਅੱਜ ਦੀ ਕਲਾਸ ਵਿੱਚ ਆਪਣੇ ਕੀ ਹੋਣਾ ਹੈ। ਉਸ ਤੋਂ ਬਾਅਦ ਦੂਸਰਾ ਹੀ ਉਦੇਸ਼ ਕੀ ਹੈ ਅਤੇ ਮੁੱਖ ਸੰਕਲਪ ਕੀ ਹੈ। ਮੇਨ ਉਸ ਵਿੱਚ ਕੀ ਸੰਕਲਪ ਹਨ ਜੀ ਅਤੇ ਉਸ ਦਾ ਉਦੇਸ਼ ਕੀ ਹੈ। ਨੰਬਰ 3, ਪੂਰਵ ਗਿਆਨ PK ਨੌਲੇਜ, PK ਟੈਸਟਿੰਗ ਜਿਸ ਨੂੰ ਆਪਾਂ ਕਹਿੰਦੇ ਹਾਂ। ਆਪਾਂ ਜਦੋਂ ਫਾਈਲਸ ਬਣਾਉਣੇ ਆ ETT ਦੀਆਂ, ਉਹਦੇ ਵਿੱਚ ਆਪਾਂ ਕਰਦੇ ਹਾਂ ਪੂਰਵ ਗਿਆਨ ਜੋ ਉਹਨਾਂ ਦਾ ਹੁੰਦਾ ਹੈ, ਪ੍ਰੀਵੀਅਸ ਨੌਲੇਜ, PK ਟੈਸਟਿੰਗ। ਇਸ ਤੋਂ ਬਾਅਦ ਹੀ 4 ਨੰਬਰ 'ਤੇ ਸਮੱਗਰੀ, ਉਪਕਰਨ, ਸੰਸਾਧਨ, ਸਰੋਤ ਹੀ। ਇਹ ਨੰਬਰ 5 'ਤੇ ਹੀ ਜਾਣ ਪਛਾਣ, ਇੰਟਰੋਡਕਸ਼ਨ ਦੇਣੀ ਉਸ ਬਾਰੇ, ਪਾਠ ਬਾਰੇ। ਨੰਬਰ 6 'ਤੇ ਪ੍ਰੈਜੈਂਟੇਸ਼ਨ, ਪੇਸ਼ਕਾਰੀ ਕਰਨਾ, ਉਸ ਦਾ ਪੂਰਾ ਸਾਰਾ ਦੱਸਣਾ। ਅਤੇ 7 'ਤੇ ਅੰਕਲਨ ਕਰਨਾ ਹੀ, ਅਸੈਸਮੈਂਟ ਕਰਨਾ ਕਿਸ ਤਰ੍ਹਾਂ ਦਾ ਕਰਾਇਆ ਹੈ।
ਨੰਬਰ 8 'ਤੇ ਵਿਸਤ੍ਰਿਤ ਸਿੱਖਣ ਅਤੇ ਕੰਮ ਸੌਂਪਣੀ, ਸਭ ਕੁਝ ਕਰਾ ਕੇ ਹੀ ਬੱਚਿਆਂ ਨੂੰ ਕੰਮ ਦੇਣਾ। ਪਾਠ ਯੋਜਨਾ ਦੇ ਇਹਨਾਂ ਤੱਤਾਂ ਦਾ ਵਿਸਤਾਰ ਵਿੱਚ ਵਰਣਨ ਹੇਠ ਲਿਖੇ ਅਨੁਸਾਰ ਹੈ ਜੀ। ਪਹਿਲਾ ਪਾਠ ਦਾ ਸਿਰਲੇਖ ਟਾਈਟਲ ਤੁਹਾਨੂੰ ਦੱਸ ਹੀ ਦਿੱਤਾ ਗਿਆ। ਪਾਠ ਯੋਜਨਾ ਦੇ ਸਭ ਤੋਂ ਪਹਿਲਾਂ ਪੜਾਇਆ, ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੈ, ਇਸ ਵਿੱਚ ਯੋਜਨਾਬੰਦੀ ਅਧੀਨ ਜਿਹੜਾ ਪਾਠ ਹੈ ਦਾ ਨਾਂ ਹੀ ਲਿਖਿਆ ਜਾਂਦਾ ਹੈ। ਉਸ ਤੋਂ ਬਾਅਦ ਹੀ ਉਦੇਸ਼ ਅਤੇ ਮੁੱਖ ਸੰਕਲਪ, ਨੰਬਰ 2 'ਤੇ ਕੀ ਹੈ, ਉਦੇਸ਼ ਅਤੇ ਮੁੱਖ ਸੰਕਲਪ। ਪਾਠ ਯੋਜਨਾ ਦੇ ਨਿਰਮਾਣ ਵਿੱਚ ਉਦੇਸ਼ ਬਹੁਤ ਹੀ ਮਹੱਤਵਪੂਰਨ ਪੜਾਅ ਹੈ, ਜਿਹੜਾ ਬਾਕੀ ਸਾਰੇ ਪੜਾਵਾਂ ਦਾ ਆਧਾਰ ਬਣਦਾ ਹੈ। ਸਹੀ ਤਰੀਕੇ ਨਾਲ ਘੜੇ ਗਏ ਉਦੇਸ਼ ਸਾਨੂੰ ਅਧਿਆਪਨ, ਸਿੱਖਣ, ਅਨੁਭਵਾਂ, ਦੁਹਰਾਈ ਅਤੇ ਮੁਲਾਂਕਣ ਆਦਿ ਯੋਜਨਾਬੰਦੀ ਲਈ ਦਿਸ਼ਾ ਪ੍ਰਦਾਨ ਕਰਦੇ ਹਨ। ਪਾਠ ਯੋਜਨਾ ਦੇ ਉਦੇਸ਼ ਵਿਗਿਆਨ ਦੀ ਪ੍ਰਕਿਰਤੀ ਨੂੰ ਧਿਆਨ ਵਿੱਚ ਰੱਖ ਕੇ ਤੈਅ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਪਾਠ ਦੇ ਵਿਕਾਸ ਲਈ ਵਰਤਿਆ ਜਾ ਰਿਹਾ ਢੰਗ, ਤਰੀਕਾ ਜਾਂ ਪਹੁੰਚ ਅਨੁਸਾਰ ਵੀ ਉਦੇਸ਼ਾਂ ਨੂੰ ਲਿਖਣ ਦਾ ਤਰੀਕਾ ਬਦਲ ਜਾਂਦਾ ਹੈ। ਨਿਰਮਾਣਵਾਦੀਆਂ ਅਨੁਸਾਰ ਪਾਠ ਯੋਜਨਾ ਦੇ ਉਦੇਸ਼ ਵਿਦਿਆਰਥੀਆਂ ਨਾਲ ਅੰਤਰ ਕਿਰਿਆ ਅਤੇ ਉਹਨਾਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਨੂੰ ਆਧਾਰ ਬਣਾ ਕੇ ਤੈਅ ਕੀਤੇ ਜਾਣੇ ਚਾਹੀਦੇ ਹਨ। ਉਦੇਸ਼ਾਂ ਨੂੰ ਮੁੱਖ ਸੰਕਲਪਾਂ ਦੇ ਰੂਪ ਵਿੱਚ ਵੀ ਲਿਖਿਆ ਜਾ ਸਕਦਾ ਹੈ। ਮੁੱਖ ਉਦੇਸ਼ਾਂ ਦੇ ਨਾਲ ਨਾਲ ਪਾਠ ਦੇ ਵਿਵਹਾਰਿਕ ਉਦੇਸ਼ਾਂ ਨੂੰ ਵੀ ਲਿਖਣਾ ਚਾਹੀਦਾ ਹੈ। ਹਾਂਜੀ, ਦੂਸਰਾ ਪੁਆਇੰਟ ਜੋ ਆਪਾਂ ਕੀਤਾ ਹੈ ਉਦੇਸ਼ ਅਤੇ ਮੁੱਖ ਸੰਕਲਪ, ਇਸ ਵਿੱਚ ਕੀ ਹੈ, ਇਸ ਵਿੱਚ ਦੁਹਰਾਈ, ਮੁਲਾਂਕਣ ਯੋਜਨਾਬੰਦੀ ਵਿੱਚ ਕੀ ਹੈ। ਪਾਠ ਯੋਜਨਾ ਦੇ ਉਦੇਸ਼ ਵਿਗਿਆਨ ਦੀ ਪ੍ਰਕਿਰਤੀ ਨੂੰ ਧਿਆਨ ਵਿੱਚ ਰੱਖ ਕੇ, ਵਿਗਿਆਨ ਦਾ ਵਿਸ਼ਾ ਇਸ ਲਈ ਆਪਾਂ ਵਿਗਿਆਨ ਦੇ ਬਾਰੇ ਗੱਲ ਕਰਾਂਗੇ। ਵਿਗਿਆਨ ਦੀ ਪ੍ਰਕਿਰਤੀ, ਨੇਚਰ ਆਫ ਸਾਇੰਸ ਨੂੰ ਧਿਆਨ ਵਿੱਚ ਰੱਖ ਕੇ ਹੀ ਉਦੇਸ਼ ਤੈਅ ਕਰਨੇ ਚਾਹੀਦੇ ਹਨ। ਅਤੇ ਇਸ ਤੋਂ ਇਲਾਵਾ ਜੋ ਉਸਦੇ ਮੁੱਖ ਸੰਕਲਪ ਹਨ ਉਹ ਵੀ ਲਿਖੇ ਜਾ ਸਕਦੇ ਹਨ ਇਸ ਵਿੱਚ। ਨੰਬਰ 3 ਹੈ ਪੂਰਵ ਗਿਆਨ, ਪ੍ਰੀਵੀਅਸ ਨੌਲੇਜ। ਨਵੇਂ ਸੰਕਲਪਾਂ ਨੂੰ ਸਿੱਖਣ ਵਿੱਚ ਪੂਰਵ ਗਿਆਨ ਦਾ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਓਸਵੈਲ ਦੇ ਕਥਨ ਅਨੁਸਾਰ ਹੀ ਦਾ ਮੋਸਟ ਇੰਪੋਰਟੈਂਟ ਸਿੰਗਲ ਫੈਕਟਰ ਇਨਫਲੂਐਂਸਿੰਗ ਲਰਨਿੰਗ ਇਜ਼ ਵਾਟ ਦਾ ਲਰਨਰ ਆਲਰੇਡੀ ਨੋਜ਼। ਹਾਂਜੀ, ਜੋ ਸਿਖਿਆਰਥੀ ਨੂੰ ਪਹਿਲਾਂ ਤੋਂ ਹੀ ਪਤਾ ਹੈ ਅਤੇ ਉਹ ਅਗਲੇ ਜਿਹੜੇ ਨਵੇਂ ਸੰਕਲਪਾਂ ਦਾ ਨਿਰਮਾਣ ਉਸ ਵਿੱਚ ਕਰਨਾ ਹੈ। ਜੇਕਰ ਉਸ ਨੂੰ ਉਸ ਬਾਰੇ ਥੋੜ੍ਹਾ ਬਹੁਤ ਪਹਿਲਾਂ ਹੀ ਪਤਾ ਹੋਵੇਗਾ ਤਾਂ ਉਸ ਲਈ ਉਸ ਨਿਰਮਾਣ ਕਰਨਾ ਬਹੁਤ ਹੀ ਜਲਦੀ ਆਸਾਨ ਹੋਵੇਗਾ, ਬਜਾਏ ਦੂਸਰੇ ਦੇ ਜਿਸ ਨੂੰ ਉਸ ਬਾਰੇ ਨਹੀਂ ਪਤਾ ਹੀ। ਇਸ ਕਥਨ ਤੋਂ ਸਿਖਿਆਰਥੀ ਦੇ ਪੂਰਵ ਗਿਆਨ ਦਾ ਮਹੱਤਵ ਉਜਾਗਰ ਹੁੰਦਾ ਹੈ। ਪਾਠ ਯੋਜਨਾ ਨਿਰਮਾਣ ਕਰਦੇ ਸਮੇਂ ਪੂਰਵ ਗਿਆਨ ਤੋਂ ਸਾਡਾ ਭਾਵ ਉਹ ਗਿਆਨ ਹੁੰਦਾ ਹੈ ਜਿਹੜਾ ਪੜ੍ਹਾਏ ਜਾਣ ਵਾਲੇ ਪਾਠ ਦੇ ਸੰਕਲਪਾਂ ਨੂੰ ਸਮਝਣ ਲਈ ਜ਼ਰੂਰੀ ਹੁੰਦਾ ਹੈ। ਸੋ ਅਧਿਆਪਕ ਕੁਝ ਪ੍ਰਸ਼ਨ ਘੜਦਾ ਹੈ ਜਿਨ੍ਹਾਂ ਦੀ ਸਹਾਇਤਾ ਨਾਲ ਉਹ ਵਿਦਿਆਰਥੀਆਂ ਦੇ ਪੂਰਵ ਗਿਆਨ ਅਤੇ ਪੂਰਵ ਧਾਰਨਾਵਾਂ ਆਦਿ ਨੂੰ ਜਾਣਨ ਦਾ ਯਤਨ ਕਰਦਾ ਹੈ। ਨਵੇਂ ਗਿਆਨ ਨਾਲ ਪੂਰਵ ਗਿਆਨ ਦਾ ਤਾਲਮੇਲ ਬਿਠਾਉਂਦਾ ਹੈ। ਸੋ ਪੂਰਵ ਗਿਆਨ ਦੇ ਪ੍ਰਸ਼ਨ ਬਹੁਤ ਹੀ ਧਿਆਨ ਨਾਲ ਘੜੇ ਜਾਣੇ ਚਾਹੀਦੇ ਹਨ। ਜੋ ਪੂਰਵ ਗਿਆਨ ਦੇ ਪ੍ਰਸ਼ਨ ਹਨ ਉਹ ਬਹੁਤ ਹੀ ਧਿਆਨ ਨਾਲ ਬਣਾਉਣੇ ਚਾਹੀਦੇ ਹਨ। ਨੰਬਰ 4 'ਤੇ ਹੀ ਆਪਾਂ ਕਰਾਂਗੇ ਅਧਿਆਪਨ, ਸਿੱਖਣ ਸਮੱਗਰੀ, ਉਪਕਰਨ, ਸੰਸਾਧਨ, ਸਰੋਤ। ਅਧਿਆਪਨ ਸਿੱਖਣ ਸਮੱਗਰੀ ਸਿੱਖਣ ਵਿੱਚ ਸਹਾਇਤਾ ਕਰਦੀ ਹੈ। ਇਹ ਸਮੱਗਰੀ ਕਿਸੇ ਉਪਕਰਨ, ਮਾਡਲ, ਚਾਰਟ, ਅਸਲ ਵਸਤੂ ਜਾਂ ਦੇਖਣ ਸੁਣਨ ਸਮੱਗਰੀ ਦੇ ਰੂਪ ਵਿੱਚ ਹੋ ਸਕਦੀ ਹੈ। ਇਸ ਦੀ ਸਹਾਇਤਾ ਨਾਲ ਵਿਦਿਆਰਥੀਆਂ ਦਾ ਧਿਆਨ ਕੇਂਦਰਿਤ ਕੀਤਾ ਜਾ ਸਕਦਾ ਹੈ, ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ। ਪਾਠ ਯੋਜਨਾ ਨਿਰਮਾਣ ਕਰਦੇ ਸਮੇਂ ਸਮੱਗਰੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ। ਸਮੱਗਰੀ ਵਿਸ਼ਾ ਵਸਤੂ ਅਤੇ ਵਿਦਿਆਰਥੀਆਂ ਦੇ ਪੱਧਰ ਦੇ ਅਨੁਸਾਰ ਹੋਵੇ। ਇਹ ਹਰ ਵਿਦਿਆਰਥੀ ਅਤੇ ਉਸਦੇ ਸਿੱਖਣ ਅੰਦਾਜ਼ ਅਨੁਸਾਰ ਢੁਕਵੀਂ ਹੋਵੇ। ਇਸ ਨੂੰ ਸ਼੍ਰੇਣੀ ਵਿੱਚ ਵਰਤਣਾ ਆਸਾਨ ਹੋਵੇ ਅਤੇ ਇਸ ਵਿੱਚ ਕੁਝ ਵੀ ਛੁਪਿਆ ਹੋਇਆ ਖਤਰਾ ਨਾ ਹੋਵੇ। ਹਾਂਜੀ, 4th ਪੁਆਇੰਟ ਜੋ ਆਪਾਂ ਕੀਤਾ ਅਧਿਆਪਨ, ਸਿੱਖਣ ਸਮੱਗਰੀ, ਉਪਕਰਨ, ਸੰਸਾਧਨ, ਸਰੋਤ। ਇਹਦੇ ਵਿੱਚ ਹੀ ਜੋ ਆਪਣੇ ਸਾਧਨ ਹਨ, ਜੋ ਮਾਡਲ ਹਨ, ਚਾਰਟ ਹਨ, ਦੇਖਣ ਸੁਣਨ ਸਮੱਗਰੀ ਹੈ ਜੀ, ਇਸ ਦੀ ਸਹਾਇਤਾ ਨਾਲ ਵਿਦਿਆਰਥੀਆਂ ਧਿਆਨ ਕੇਂਦਰਿਤ ਕੀਤਾ ਜਾ ਸਕਦਾ ਹੈ, ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ। ਪਾਠ ਯੋਜਨਾ ਨਿਰਮਾਣ ਕਰਦੇ ਸਮੇਂ ਸਮੱਗਰੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ। ਸਮੱਗਰੀ ਵਿਸ਼ਾ ਵਸਤੂ ਅਤੇ ਵਿਦਿਆਰਥੀ ਦੇ ਪੱਧਰ ਦੇ ਅਨੁਸਾਰ ਹੋਵੇ। ਇਹ ਹਰ ਵਿਦਿਆਰਥੀ ਦੇ ਉਸਦੇ ਸਿੱਖਣ ਅੰਦਾਜ਼ ਅਨੁਸਾਰ ਢੁਕਵੀਂ ਹੋਵੇ। ਇਸ ਨੂੰ ਸ਼੍ਰੇਣੀ ਵਿੱਚ ਵਰਤਣਾ ਆਸਾਨ ਹੋਵੇ ਅਤੇ ਇਸ ਵਿੱਚ ਕੁਝ ਵੀ ਛੁਪਿਆ ਨਹੀਂ ਹੋਣਾ ਚਾਹੀਦਾ ਜੀ। ਨੰਬਰ 5 ਜੀ ਜਾਣ ਪਛਾਣ, ਇੰਟਰੋਡਕਸ਼ਨ। ਕਿਸੇ ਵੀ ਕੰਮ ਦੀ ਸਫਲਤਾ ਲਈ ਸਹੀ ਸ਼ੁਰੂਆਤ ਬਹੁਤ ਹੀ ਜ਼ਰੂਰੀ ਹੈ। ਪਾਠ ਯੋਜਨਾ ਵਿੱਚ ਪੜ੍ਹਾਏ ਜਾਣ ਵਾਲੇ ਪਾਠ ਦੀ ਜਾਣ ਪਛਾਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਮੌਜੂਦਾ ਗਿਆਨ ਨੂੰ ਨਵੇਂ ਗਿਆਨ ਨਾਲ ਸੰਬੰਧਿਤ ਕਰਦੇ ਹੋਏ ਉਹਨਾਂ ਨੂੰ ਸਿੱਖਣ ਲਈ ਤਿਆਰ ਅਤੇ ਪ੍ਰੇਰਿਤ ਕਰਨਾ ਜੀ। ਇਸ ਤੋਂ ਇਲਾਵਾ ਜਾਣ ਪਛਾਣ ਦੇ ਦੂਜੇ ਉਦੇਸ਼ ਹੇਠ ਲਿਖੇ ਅਨੁਸਾਰ ਹੁੰਦੇ ਹਨ। ਹਾਂਜੀ, ਜਾਣ ਪਛਾਣ ਬਾਰੇ ਦੱਸਿਆ ਗਿਆ ਹੈ ਜੋ ਉਸਦੀ ਪੁਰਾਣੀ ਨੌਲੇਜ ਹੈ ਉਸ ਨੂੰ ਬਦਲ ਕੇ ਉਹ ਵੀ ਨਾਲ ਹੀ ਅਤੇ ਉਸ ਦੇ ਨਾਲ ਹੀ ਨਵੇਂ ਸੰਕਲਪਾਂ ਦਾ ਨਿਰਮਾਣ ਵੀ ਕੀਤਾ ਜਾਵੇ, ਉਸ ਨੂੰ ਮੋਡੀਫਾਈ ਕੀਤਾ ਜਾਵੇ ਮਤਲਬ ਹੀ। ਇਸ ਦੇ ਇਲਾਵਾ ਇਸ ਦੇ ਉਦੇਸ਼ ਜਿਹੜੇ ਦੂਜੇ ਹਨ ਪਾਠ ਦੀ ਨਿਰੰਤਰਤਾ ਬਣਾਈ ਰੱਖਣਾ ਜੀ, ਪਾਠ ਦੇ ਮਹੱਤਵ ਨੂੰ ਉਭਾਰਨਾ,
ਪਾਠ ਦੇ ਉਦੇਸ਼ਾਂ ਨੂੰ ਸਪਸ਼ਟ ਕਰਨਾ ਜੀ, ਵਿਦਿਆਰਥੀਆਂ ਅੰਦਰ ਜਿਗਿਆਸਾ ਜਗਾਉਣਾ, ਪਾਠ ਦਾ ਸੰਖੇਪ ਵਿਵਰਣਨ ਕਰਨਾ, ਵਿਦਿਆਰਥੀਆਂ ਦੇ ਪੂਰਵ ਗਿਆਨ ਨੂੰ ਟੈਸਟ ਕਰਨਾ, ਪਾਠ ਪ੍ਰਤੀ ਵਿਦਿਆਰਥੀਆਂ ਦੀ ਦਿਲਚਸਪੀ ਵਿੱਚ ਵਾਧਾ ਕਰਨਾ ਵੀ ਇਸ ਦਾ ਉਦੇਸ਼ ਹੈ। ਜਾਣ ਪਛਾਣ ਦਾ ਪਾਠ ਦੀ ਜਾਣ ਪਛਾਣ ਉੱਤੇ ਲਗਾਇਆ ਜਾਣ ਵਾਲਾ ਸਮਾਂ ਵਿਸ਼ੇ ਵਸਤੂ ਦੀ ਪ੍ਰਕਿਰਤੀ ਅਤੇ ਅਪਣਾਈ ਗਈ ਤਕਨੀਕ ਉੱਤੇ ਨਿਰਭਰ ਕਰਦਾ ਹੈ। ਜੇਕਰ ਕੋਈ ਵੀ ਨਵਾਂ ਯੂਨਿਟ ਸ਼ੁਰੂ ਕਰਨਾ ਹੋਵੇ ਤਾਂ ਜਾਣ ਪਛਾਣ ਉੱਤੇ ਪੂਰਾ ਪੀਰੀਅਡ ਵੀ ਲਗਾਇਆ ਜਾ ਸਕਦਾ ਹੈ। ਜੇਕਰ ਇਹ ਚੱਲ ਰਹੇ ਪਾਠ ਜਾਂ ਯੂਨਿਟ ਦੀ ਨਿਰੰਤਰਤਾ ਵਿੱਚ ਹੋਵੇ ਤਾਂ ਸੰਖੇਪ ਵਿੱਚ ਦੁਹਰਾਈ ਅਤੇ ਪੂਰਵ ਗਿਆਨ ਦੀ ਪਰਖ ਕਰਨਾ ਹੀ ਕਾਫੀ ਹੁੰਦਾ ਹੈ। ਪਾਠ ਦੀ ਜਾਣ ਪਛਾਣ ਲਈ ਬਹੁਤ ਸਾਰੀਆਂ ਤਕਨੀਕਾਂ ਵਰਤੀਆਂ ਜਾ ਸਕਦੀਆਂ ਹਨ, ਜਿਵੇਂ ਹੀ ਵਿਦਿਆਰਥੀ ਅੱਗੇ ਕੋਈ ਵੀ ਸਮੱਸਿਆ ਪੇਸ਼ ਕਰਕੇ, ਜਿਵੇਂ ਆਪਣੀ ਪ੍ਰਦੂਸ਼ਣ ਦੀ ਸਮੱਸਿਆ ਦਾ ਪਾਠ ਸ਼ੁਰੂ ਕਰਨਾ ਹੈ ਤਾਂ ਆਪਾਂ ਵਿਦਿਆਰਥੀਆਂ ਸਾਹਮਣੇ ਵੈਸੇ ਹੀ ਗੱਲਾਂ ਕਰਦੇ ਹੋਏ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਦੂਸ਼ਣ ਬਾਰੇ ਗੱਲਾਂ ਕਰ ਸਕਦੇ ਹਾਂ। ਅੱਜ ਕੱਲ੍ਹ ਪ੍ਰਦੂਸ਼ਣ ਕਿੰਨਾ ਵੱਧ ਗਿਆ ਹੈ, ਵੈਸੇ ਤਾਂ ਹੁਣੇ ਕਰੋਨਾ ਵਾਇਰਸ ਵਿੱਚ ਬਹੁਤ ਘੱਟ ਹੀ ਗਿਆ ਜੀ। ਹਵਾ ਪ੍ਰਦੂਸ਼ਣ, ਦਿੱਲੀ ਦੀ ਹਵਾ ਵੀ ਬਹੁਤ ਸਾਫ਼ ਹੋ ਗਈ, ਤੁਹਾਨੂੰ ਪਤਾ ਹੀ ਹੈ। ਅਤੇ ਵੈਸੇ ਹੁਣ ਗੱਲ ਕਰਦੇ ਹਾਂ, ਜਿਵੇਂ ਆਪਾਂ ਪ੍ਰਦੂਸ਼ਣ ਵਾਲਾ ਲੈਸਨ ਕਰਾਉਣਾ ਵਿਦਿਆਰਥੀਆਂ ਨੂੰ, ਪ੍ਰਦੂਸ਼ਣ ਬਾਰੇ ਪਹਿਲਾਂ ਉਂਝ ਗੱਲਾਂ ਜਾਣ ਕੇ ਉਹਨਾਂ ਤੋਂ ਹੀ ਉਹਨਾਂ ਦੀ ਪੀ ਕੇ ਨੌਲੇਜ ਆਪਾਂ ਚੈੱਕ ਕਰ ਸਕਦੇ ਹਾਂ। ਕੋਈ ਕਿਰਿਆ ਜਾਂ ਤਜਰਬਾ ਕਰਨਾ ਅਤੇ ਪ੍ਰਸ਼ਨ ਖੜੇ ਕਰਨੇ ਜੀ, ਵਿਦਿਆਰਥੀਆਂ ਨੂੰ ਕਿਰਿਆ ਵਿੱਚ ਸ਼ਾਮਲ ਕਰਨਾ ਅਤੇ ਉਹਨਾਂ ਦੇ ਪ੍ਰਸ਼ਨ ਸੁਣਨੇ, ਉਹਨਾਂ ਨੂੰ ਕੋਈ ਕਿਰਿਆ ਵਿੱਚ ਸ਼ਾਮਲ ਕਰਨਾ ਅਤੇ ਉਹਨਾਂ ਦੇ ਪ੍ਰਸ਼ਨ ਸੁਣਨੇ। ਪੜ੍ਹਾਏ ਜਾਣ ਵਾਲੇ ਟੋਪਿਕ ਨਾਲ ਸੰਬੰਧਿਤ ਵਿਗਿਆਨੀ ਦੀ ਜ਼ਿੰਦਗੀ ਬਾਰੇ ਵੇਰਵਾ ਪੇਸ਼ ਕਰਨਾ ਜੀ, ਕਿਸੇ ਬਾਰੇ, ਜਿਵੇਂ ਐਲਬਰਟ ਆਈਨਸਟਾਈਨ ਦਾ ਕੋਈ ਟੋਪਿਕ ਹੈ ਤਾਂ ਜਾਂ ਸੀ.ਵੀ. ਰਮਨ ਬਾਰੇ ਜੀ ਲੈਸਨ ਹੈ ਜੀ, ਉਹਨਾਂ ਬਾਰੇ ਦੱਸਣਾ, ਤਾਂ ਉਸ ਤੋਂ ਪਹਿਲਾਂ ਉਹਨਾਂ ਦੀ ਜ਼ਿੰਦਗੀ ਬਾਰੇ ਕੋਈ ਵੇਰਵੇ ਥੋੜ੍ਹੇ ਬਹੁਤ ਪੇਸ਼ ਕਰਨੇ ਜੀ। ਉਸ ਤੋਂ ਬਾਅਦ ਹੀ ਕੋਈ ਕਹਾਣੀ ਸੁਣਾਉਣਾ ਜਾਂ ਘਟਨਾ ਦਾ ਵਰਣਨ ਕਰਨਾ, ਕੋਈ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਉਸ ਸੰਬੰਧਿਤ ਕੋਈ ਕਹਾਣੀ ਸੁਣਾਉਣਾ ਜੀ, ਜਿਸ ਨਾਲ ਬੱਚਿਆਂ ਦੀ ਦਿਲਚਸਪੀ ਜਿਹੜੀ ਪਾਠ ਵਿੱਚ ਪਹਿਲਾਂ ਤੋਂ ਹੀ ਵੱਧ ਆਵੇ ਅਤੇ ਉਹ ਆਪਣੇ ਦਿਮਾਗ ਨੂੰ ਪਹਿਲਾਂ ਤੋਂ ਹੀ ਖੋਲ੍ਹ ਕੇ, ਕੰਨਾਂ ਨੂੰ ਖੋਲ੍ਹ ਕੇ ਜੀ ਪਾਠ ਸੁਣਨ ਲਈ ਤਿਆਰ ਹੋ ਜਾਣ। ਨੰਬਰ 6 ਹੈ ਜੀ ਪੇਸ਼ਕਾਰੀ। ਪੇਸ਼ਕਾਰੀ ਪ੍ਰੈਜੈਂਟੇਸ਼ਨ, ਪੇਸ਼ਕਾਰੀ ਪਾਠ ਹੈ ਉਹ ਇਹਨਾਂ ਦਾ ਬਹੁਤ ਹੀ ਮਹੱਤਵਪੂਰਨ ਪੜਾਅ ਜੀ। ਪੇਸ਼ਕਾਰੀ ਪਾਠ ਦੇ ਉਦੇਸ਼ਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪੇਸ਼ਕਾਰੀ ਸਮੇਂ ਵਿਸ਼ਾ ਵਸਤੂ ਦੀ ਪ੍ਰਕਿਰਤੀ, ਸ਼੍ਰੇਣੀ ਕਮਰੇ ਦਾ ਵਾਤਾਵਰਨ, ਸਹੂਲਤਾਂ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਹਨਾਂ ਕਾਰਕਾਂ ਦੇ ਆਧਾਰ ਪੇਸ਼ਕਾਰੀ ਦੇ ਕਈ ਢੰਗ ਹੋ ਸਕਦੇ ਹਨ। ਪੇਸ਼ਕਾਰੀ ਸਮੇਂ ਲੰਬੇ ਪਾਠਾਂ ਨੂੰ ਛੋਟੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਜੀ। ਇਸ ਵਿੱਚ ਪਾਠ ਦੇ ਵਿਕਾਸ ਲਈ ਵਰਤੀ ਜਾ ਰਹੀ ਵਿਧੀ, ਕੀਤੀਆਂ ਜਾਣ ਵਾਲੀਆਂ ਕਿਰਿਆਵਾਂ, ਤਜਰਬਾਕਾਰੀ ਚਰਚਾ, ਦਲੀਲਬਾਜ਼ੀ, ਕੁਇਜ਼, ਪ੍ਰੋਜੈਕਟ ਅਤੇ ਖੇਤਰੀ ਯਾਤਰਾ ਆਦਿ ਸ਼ਾਮਿਲ ਹੋ ਸਕਦੀ ਹੈ। ਇਹਨਾਂ ਦੁਆਰਾ ਵਿਦਿਆਰਥੀਆਂ ਦੇ ਸਿੱਖਣ ਅਨੁਭਵਾਂ ਨੂੰ ਹੋਰ ਅਮੀਰ ਕੀਤਾ ਜਾ ਸਕਦਾ ਜੀ। ਹਾਂਜੀ, ਪੇਸ਼ਕਾਰੀ ਵਿੱਚ ਆਪਾਂ ਕੀ ਪੜ੍ਹਿਆ ਹੈ, ਇਹ ਬਹੁਤ ਹੀ ਮਹੱਤਵਪੂਰਨ ਪੜਾਅ ਹੈ। ਪੇਸ਼ਕਾਰੀ ਪਾਠ ਦੇ ਉਦੇਸ਼ਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ ਜੀ। ਇਸ ਵਿੱਚ ਕੀ ਹੋਣਾ ਚਾਹੀਦਾ, ਵਿਸ਼ੇ ਵਸਤੂ, ਪ੍ਰਕਿਰਤੀ, ਸ਼੍ਰੇਣੀ ਕਮਰੇ ਦਾ ਵਾਤਾਵਰਨ, ਸਹੂਲਤਾਂ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਪੇਸ਼ਕਾਰੀ ਪੇਸ਼ ਕਰਦੇ ਸਮੇਂ। ਇਹਨਾਂ ਕਾਰਕਾਂ ਦੇ ਆਧਾਰ 'ਤੇ ਪੇਸ਼ਕਾਰੀ ਦੇ ਕਈ ਢੰਗ ਹੋ ਸਕਦੇ ਹਨ। ਇਹ ਲੰਮੇ ਪਾਠਾਂ ਨੂੰ ਛੋਟੇ ਛੋਟੇ ਭਾਗਾਂ ਵਿੱਚ ਵੰਡ ਕੇ ਵੀ ਕੀਤੀ ਜਾ ਸਕਦੀ ਹੈ ਜੀ, ਅਤੇ ਕਈ ਤਜਰਬਾਕਾਰੀ ਚਰਚਾ, ਦਲੀਲਬਾਜ਼ੀ, ਕੁਇਜ਼, ਪ੍ਰੋਜੈਕਟ ਆਦਿ ਨਾਲ ਵੀ ਇਹ ਕੀਤੀ ਜਾ ਸਕਦੀ। ਨੰਬਰ 7 ਹੈ ਜੀ ਅੰਕਲਨ, ਅਸੈਸਮੈਂਟ। ਅੰਕਲਨ ਪਾਠ ਯੋਜਨਾ ਦਾ ਅਨਿੱਖੜਵਾਂ ਅੰਗ ਹੈ ਜੀ। ਇਸ ਦਾ ਉਦੇਸ਼ ਵਿਦਿਆਰਥੀਆਂ ਤੋਂ ਪ੍ਰਤੀ ਪੋਸ਼ਣ ਪ੍ਰਾਪਤ ਕਰਨ ਦੇ ਨਾਲ ਹੀ ਇਹ ਜਾਣਨਾ ਵੀ ਹੁੰਦਾ ਹੈ ਕਿ ਉਹਨਾਂ ਦੀ ਕੀ ਸਿੱਖਿਆ ਹੈ ਅਤੇ ਕੀ ਨਹੀਂ ਸਿੱਖਿਆ। ਸਿੱਖਣਾ ਇੱਕ ਕਿਸਮ ਦੀ ਸਮਝ ਹੈ। ਵਿਦਿਆਰਥੀ ਦੀ ਸਮਝ ਦਾ ਪਤਾ ਉਸ ਦੀ ਕਾਰਗੁਜ਼ਾਰੀ ਤੋਂ ਹੀ ਲੱਗਦਾ ਹੈ। ਕੁਝ ਸਿੱਖਣ ਸਬੂਤ ਅਧਿਆਪਕ ਨੂੰ ਵਿਦਿਆਰਥੀ ਦੇ ਸੰਕਲਪਾਂ ਪ੍ਰਤੀ ਸਮਝ ਬਾਰੇ ਜਾਣਕਾਰੀ ਦਿੰਦੇ ਹਨ। ਸਿੱਖਣਾ ਸ਼ਬਦ ਵਿਦਿਆਰਥੀਆਂ ਦੇ ਕੰਮਾਂ, ਜਿਵੇਂ ਤਜਰਬਾਕਾਰੀ, ਪੇਸ਼ਕਾਰੀ, ਘਰ ਦਾ ਕੰਮ, ਅਸਾਈਨਮੈਂਟ, ਵਿਆਖਿਆ, ਟੈਸਟ ਅਤੇ ਪ੍ਰੋਜੈਕਟ ਆਦਿ ਦੇ ਅੰਕਲਨ ਵਿੱਚੋਂ ਪ੍ਰਾਪਤ ਹੁੰਦੇ ਹਨ। ਸਿੱਖਣ ਸਬੂਤ ਵਿਦਿਆਰਥੀਆਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ। ਜਦੋਂ ਵਿਦਿਆਰਥੀ ਆਪਣੇ ਦਾਅਵੇ ਦੇ ਸਮਰਥਨ ਵਿੱਚ ਤਰਕ ਜਾਂ ਦਲੀਲ ਦਿੰਦੇ ਹਨ ਤਾਂ ਇਸ ਤੋਂ ਉਹਨਾਂ ਦੀ ਸਮਝ ਦੇ ਪੱਧਰ ਬਾਰੇ ਪਤਾ ਲੱਗਦਾ ਹੈ। ਇੱਕ ਵਿਦਿਆਰਥੀ ਜਿਹੜਾ ਇਹ ਵਿਆਖਿਆ ਕਰ ਸਕਦਾ ਹੈ ਕਿ ਭਾਫ਼, ਪਾਣੀ, ਬਰਫ਼ ਵੱਖ-ਵੱਖ ਨਜ਼ਰ ਆਉਣ ਦੇ ਬਾਵਜੂਦ ਵੀ ਇੱਕ ਰਸਾਇਣਿਕ ਪਦਾਰਥ ਕਿਵੇਂ ਆਈ, ਅਜਿਹਾ ਨਾ ਕਰ ਸਕਣ ਵਾਲੇ ਵਿਦਿਆਰਥੀ ਨਾਲ ਇਸ ਸੰਕਲਪ ਦੀ ਜ਼ਿਆਦਾ ਸਮਝ ਰੱਖਦਾ ਹੈ। ਹਾਂਜੀ, ਅਸੈਸਮੈਂਟ ਵਾਲੇ ਪੁਆਇੰਟ ਵਿੱਚ ਅੰਕਲਨ ਵਾਲੇ 'ਚ ਆਪਾਂ ਕੀ ਕੀਤਾ ਹੈ ਕਿ ਅੰਕਲਨ ਪਾਠ ਯੋਜਨਾ ਦਾ ਨਿੱਖੜਵਾਂ ਅੰਗ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਤੋਂ ਫੀਡਬੈਕ ਪ੍ਰਾਪਤ ਕਰਨ ਦੇ ਨਾਲ ਇਹ ਵੀ ਜਾਣਨਾ ਕਿ ਉਹਨਾਂ ਨੇ ਕੀ ਸਿੱਖ ਲਿਆ ਅਤੇ ਕੀ ਨਹੀਂ ਸਿੱਖਿਆ ਜੋ ਆਪਾਂ ਪਾਠ ਕਰਾਇਆ ਹੈ। ਸਿੱਖਣਾ ਇੱਕ ਕਿਸਮ ਦੀ ਸਮਝ ਆਈ, ਉਹਨਾਂ ਨੂੰ ਕਿੰਨੀ ਕੁ ਸਮਝ ਆ ਗਈ, ਕਿੰਨੀ ਕੁ ਅੰਡਰਸਟੈਂਡਿੰਗ ਹੋ ਗਈ। ਵਿਦਿਆਰਥੀ ਦੀ ਸਮਝ ਦਾ ਪਤਾ ਉਸ ਦੀ ਕਾਰਗੁਜ਼ਾਰੀ ਤੋਂ ਹੀ ਲੱਗਦਾ ਹੈ। ਪੇਸ਼ਕਾਰੀ, ਘਰ ਦਾ ਕੰਮ, ਅਸਾਈਨਮੈਂਟ, ਵਿਆਖਿਆ, ਟੈਸਟ, ਪ੍ਰੋਜੈਕਟ ਆਦਿ ਅੰਕਲਨ ਨਾਲੋਂ ਪ੍ਰਾਪਤ ਕੀਤਾ ਜਾ ਸਕਦਾ ਕਿ ਵਿਦਿਆਰਥੀ ਦੀ ਸਮਝ ਕਿੰਨੀ ਕੁ ਹੋ ਗਈ ਹੈ ਪਾਠਾਂ ਸੰਬੰਧੀ।
ਤੇ ਇਸ ਤੋਂ ਬਾਅਦ ਹੀ ਘਰ ਦਾ ਕੰਮ ਲਾਸਟ ਵਿੱਚ। ਘਰ ਦਾ ਕੰਮ ਜਾਂ ਅਸਾਈਨਮੈਂਟ ਪਾਠ ਹੈ ਉਹ ਇਹਨਾਂ ਦਾ ਆਖਰੀ ਅਤੇ ਮਹੱਤਵਪੂਰਨ ਪੜਾਅ ਹੁੰਦਾ ਹੈ। ਸਭ ਤੋਂ ਵਧੀਆ ਅਸਾਈਨਮੈਂਟ ਉਹ ਹੁੰਦੀ ਹੈ ਜਿਹੜੀ ਵਿਦਿਆਰਥੀ ਲਈ ਦਿਲਚਸਪ ਹੋਵੇ ਅਤੇ ਇਸ ਦੇ ਮਹੱਤਵ ਨੂੰ ਸਮਝਦੇ ਹੋਣ ਹੀ। ਘਰ ਦਾ ਕੰਮ ਜਾਂ ਅਸਾਈਨਮੈਂਟ ਵਿਸ਼ਾ ਵਸਤੂ ਦੀ ਪ੍ਰਕਿਰਤੀ, ਸਿਖਿਆਰਥੀ ਅਤੇ ਪਰਿਸਥਿਤੀਆਂ ਦੇ ਅਨੁਸਾਰ ਹੋਣੀ ਚਾਹੀਦੀ ਹੈ। ਪੂਰੀ ਸ਼੍ਰੇਣੀ ਲਈ ਇੱਕ ਹੀ ਅਸਾਈਨਮੈਂਟ ਦਿੱਤੀ ਜਾ ਸਕਦੀ ਹੈ। ਇਹ ਹਰ ਵਿਦਿਆਰਥੀ ਲਈ ਵੱਖਰੀ ਵੀ ਹੋ ਸਕਦੀ ਹੈ ਜਾਂ ਇਸ ਨੂੰ ਸਮੂਹਾਂ ਵਿੱਚ ਵੀ ਦਿੱਤਾ ਜਾ ਸਕਦਾ ਹੈ। ਅਸਾਈਨਮੈਂਟ ਵਿੱਚ ਸਕੂਲ ਜਾਂ ਸ਼੍ਰੇਣੀ ਵਿੱਚ ਕੀਤੇ ਕੰਮ ਨੂੰ ਘਰ ਜਾਂ ਬਾਹਰ ਵਾਤਾਵਰਨ ਨਾਲ ਜੋੜਨ ਦੀਆਂ ਸੰਭਾਵਨਾ ਹੋਣੀਆਂ ਚਾਹੀਦੀਆਂ ਹਨ। ਇਹ ਵਿਦਿਆਰਥੀ ਵਿੱਚ ਸਵੈ ਸਿੱਖਣ ਦੀ ਆਦਤ ਦਾ ਵਿਕਾਸ ਕਰ ਸਕਦੀ ਹੋਵੇ, ਇਸ ਤਰ੍ਹਾਂ ਦੀ ਅਸਾਈਨਮੈਂਟ ਹੋਣੀ ਚਾਹੀਦੀ। ਹਾਂਜੀ, ਇਸ ਦੇ ਨਾਲ ਹੀ ਆਪਣੀ ਇਹ ਕਲਾਸ ਖਤਮ ਹੋ ਗਈ ਹੈ। ਇੱਕ ਵਾਰ ਦੁਬਾਰਾ ਤੋਂ ਆਪਾਂ ਰਿਵਾਈਜ਼ ਕਰ ਲੈਂਦੇ ਹਾਂ। ਆਪਾਂ ਅੱਜ ਦੀ ਕਲਾਸ ਵਿੱਚ ਮੇਨ ਕੀ ਪੜ੍ਹਿਆ ਸੀ। ਪਹਿਲਾਂ ਆਪਾਂ ਪੜ੍ਹਿਆ ਵਿਗਿਆਨ ਦੀ ਪਾਠ ਯੋਜਨਾ ਆਪਾਂ ਕਿਸ ਤਰ੍ਹਾਂ ਬਣਾਉਣੀ ਹੈ, ਤੱਤ ਅਤੇ ਇਸ ਦੀ ਬਣਤਰ ਕਿਵੇਂ ਕਰਨੀ ਹੈ, ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜੀ। ਇਹ 10 ਨੰਬਰ ਦਾ ਕੁਐਸਚਨ ਆ ਸਕਦਾ ਜੀ। ਡੇਵਿਸ ਦੇ ਸ਼ਬਦਾਂ ਵਿੱਚ ਅਧਿਆਪਕ ਲਈ ਕੋਈ ਵੀ ਚੀਜ਼ ਇੰਨੀ ਘਾਤਕ ਨਹੀਂ ਆਈ ਜਿੰਨੀ ਕਿ ਤਿਆਰੀ ਦਾ ਨਾ ਹੋਣਾ ਹੈ। ਇਸ ਕਥਨ ਤੋਂ ਸਾਨੂੰ ਅਧਿਆਪਕ ਲਈ ਪੂਰਵ ਤਿਆਰੀ ਭਾਵ ਪਾਠ ਯੋਜਨਾ ਦੇ ਮਹੱਤਵ ਦਾ ਪਤਾ ਚੱਲਦਾ ਹੈ। ਸ਼੍ਰੇਣੀ ਵਿੱਚ ਜਾਣ ਤੋਂ ਪਹਿਲਾਂ ਕੀ ਅਧਿਆਪਕ ਨੂੰ ਤਿਆਰੀ ਕਰ ਲੈਣੀ ਚਾਹੀਦੀ ਹੈ, ਇੰਨਾ ਲਿਖ ਕੇ ਜੀ। ਫਿਰ ਉਸ ਤੋਂ ਬਾਅਦ ਆਪਾਂ 10 ਨੰਬਰ 'ਚ 2 ਪਰਿਭਾਸ਼ਾਵਾਂ ਲਿਖਾਂਗੇ। ਜਿਵੇਂ ਕੁਐਸਚਨ ਹੀ ਆ ਗਿਆ, ਕੈਰੈਕਟਰ ਦੀ ਪਹਿਲਾਂ ਪਰਿਭਾਸ਼ਾ ਲਿਖ ਦੇਵਾਂਗੇ, ਫਿਰ ਬੀਨਿੰਗ ਐਂਡ ਬੀਨਿੰਗ ਦੀ ਜੋ ਪਰਿਭਾਸ਼ਾ ਆਪਾਂ ਕੀਤੀ ਹੈ ਜੀ। ਉਸ ਤੋਂ ਬਾਅਦ ਆਪਾਂ ਪਰਿਭਾਸ਼ਾਵਾਂ ਤੋਂ ਬਾਅਦ ਇਹ ਲਿਖ ਦਾਂਗੇ ਪਰਿਭਾਸ਼ਾ ਵਿੱਚ ਕੀ ਦਿੱਤਾ ਗਿਆ, ਕੀ ਜਾਣਕਾਰੀ ਦਿੱਤੀ ਗਈ ਹੈ। ਫਿਰ ਉਸ ਤੋਂ ਬਾਅਦ ਇਸ ਦੇ ਕੀ ਪਾਠ ਯੋਜਨਾ ਦੇ ਮੂਲ ਤੱਤ ਅਤੇ ਬਣਤਰ ਹੋ ਸਕਦੀ ਹੈ। ਪਾਠ ਦਾ ਪਹਿਲਾਂ ਸਿਰਲੇਖ ਜੀ ਟਾਈਟਲ ਹੋਣਾ ਚਾਹੀਦਾ, ਫਿਰ ਉਦੇਸ਼ ਹੋਣਾ ਚਾਹੀਦਾ। ਨੰਬਰ 3 'ਤੇ ਪੂਰਵ ਗਿਆਨ ਹੋਣਾ ਚਾਹੀਦਾ। ਨੰਬਰ 4 'ਤੇ ਸਮੱਗਰੀ ਅਤੇ ਉਪਕਰਨ ਹੋਣੇ ਚਾਹੀਦੇ ਹਨ। ਨੰਬਰ 5 'ਤੇ ਜਾਣ ਪਛਾਣ ਹੋਵੇ ਜੀ ਉਸ ਸੰਬੰਧੀ। ਅਤੇ ਨੰਬਰ 6 'ਤੇ ਉਸ ਪਾਠ ਦਾ ਪੂਰਾ ਐਕਸਪਲੇਨੇਸ਼ਨ ਪੇਸ਼ਕਾਰੀ ਹੋਵੇ। ਨੰਬਰ 7 'ਤੇ ਅੰਕਲਨ ਕੀਤਾ ਜਾਵੇ ਪਾਠ ਵਿੱਚ ਜੋ ਆਪਾਂ ਕਰਵਾਇਆ ਬੱਚਿਆਂ ਨੇ ਉਹ ਕਿੰਨਾ ਕੁ ਸਮਝ ਲਿਆ। ਅਤੇ ਨੰਬਰ 8 ਵਿੱਚ ਵਿਸਤ੍ਰਿਤ ਸਿੱਖਣ ਅਤੇ ਕੰਮ ਸੌਂਪਣੀ ਦਿੱਤਾ ਜਾਵੇ, ਘਰੋਂ ਕੰਮ ਹੀ। ਪਾਠ ਦਾ ਸਿਰਲੇਖ ਕਿਵੇਂ, ਪਾਠ ਦਾ ਸਿਰਲੇਖ ਤੋਂ ਸਾਨੂੰ ਪਤਾ ਲੱਗ ਜਾਂਦਾ ਜੀ ਅੱਜ ਆਪਾਂ ਕੀ ਕਰਨ ਵਾਲੇ ਹਾਂ। ਨੰਬਰ 2 ਵਿੱਚ ਹੀ ਉਦੇਸ਼ ਅਤੇ ਮੁੱਖ ਸੰਕਲਪ ਕੀ ਹਨ, ਪਾਠ ਦੇ ਉਦੇਸ਼ ਕੀ ਹਨ, ਕਿਉਂ ਬੱਚਿਆਂ ਨੂੰ ਕਰਾ ਰਹੇ ਹਾਂ ਉਹ ਆਪਾਂ ਹੀ। ਨੰਬਰ 3 ਹੀ ਪੂਰਵ ਗਿਆਨ, ਉਹਨਾਂ ਦਾ ਪੂਰਵ ਗਿਆਨ ਚੈੱਕ ਕਰ ਲੈਣਾ ਜੀ। ਪਾਠ ਸੰਬੰਧੀ ਉਹਨਾਂ ਦੇ ਵਿੱਚ ਕੀ ਹੈ, ਜਿਵੇਂ ਤੁਹਾਨੂੰ ਪ੍ਰਦੂਸ਼ਣ ਵਾਲਾ ਆਪਾਂ ਪਾਠ ਕਰਾਉਣਾ ਹੈ ਅਤੇ ਬੱਚਿਆਂ ਨੂੰ ਪ੍ਰਦੂਸ਼ਣ ਸੰਬੰਧੀ 2-4 ਕੁਐਸਚਨ ਪਹਿਲਾਂ ਪੁੱਛ ਕੇ ਉਹਨਾਂ ਦਾ ਪੂਰਵ ਗਿਆਨ ਚੈੱਕ ਕਰ ਲੈਣਾ ਜੀ। ਨੰਬਰ 4 ਹੀ ਅਧਿਆਪਨ, ਸਿੱਖਣ ਸਮੱਗਰੀ, ਉਪਕਰਨ, ਸੰਸਾਧਨ, ਸਰੋਤ ਜੋ ਵੀ ਹਨ ਉਹਨਾਂ ਦਾ ਧਿਆਨ ਰੱਖਣਾ। ਨੰਬਰ 5 'ਤੇ ਜਾਣ ਪਛਾਣ, ਪੜ੍ਹਾਏ ਜਾਣ ਵਾਲੇ ਪਾਠ ਦੀ ਜਾਣ ਪਛਾਣ। ਇਹਦੇ ਵਿੱਚ ਅੱਗੋਂ ਪੁਆਇੰਟ ਹੈ, ਪਾਠ ਦੀ ਨਿਰੰਤਰਤਾ ਬਣਾਈ ਜਾਵੇ, ਇਹਦੇ ਨਾਲ ਜਾਣ ਪਛਾਣ ਹੋ ਜਾਵੇਗੀ। ਪਾਠ ਦੇ ਮਹੱਤਵ ਨੂੰ ਉਭਾਰਨਾ, ਪਾਠ ਦੇ ਉਦੇਸ਼ਾਂ ਨੂੰ ਸਪਸ਼ਟ ਕਰਨਾ, ਵਿਦਿਆਰਥੀ ਅੰਦਰ ਜਿਗਿਆਸਾ ਜਗਾਉਣਾ, ਪਾਠ ਦਾ ਸੰਖੇਪ ਵਿਵਰਣ ਕਰਨਾ ਹੀ, ਵਿਦਿਆਰਥੀਆਂ ਦੇ ਪੂਰਵ ਗਿਆਨ ਨੂੰ ਟੈਸਟ ਕਰਨਾ, ਪਾਠ ਪ੍ਰਤੀ ਵਿਦਿਆਰਥੀਆਂ ਦੀ ਦਿਲਚਸਪੀ ਵਿੱਚ ਵਾਧਾ ਕਰਨਾ ਜੀ। ਅਤੇ ਉਸ ਤੋਂ ਬਾਅਦ ਪਾਠ ਦੀ ਜਾਣ ਪਛਾਣ ਉੱਤੇ ਲਗਾਇਆ ਜਾਣ ਵਾਲਾ ਸਮਾਂ ਹੀ ਵਿਸ਼ਾ ਵਸਤੂ ਅਤੇ ਪ੍ਰਕਿਰਤੀ ਅਤੇ ਅਪਣਾਈ ਗਈ ਤਕਨੀਕ ਉੱਤੇ ਨਿਰਭਰ ਕਰਦਾ। ਪਾਠ ਨੂੰ ਜਦੋਂ ਆਪਾਂ ਜਾਣ ਪਛਾਣ ਕਰਾਉਣੀ ਉਸ ਲਈ ਬਹੁਤ ਸਾਰੇ ਤਕਨੀਕਾਂ ਹਨ। ਪਹਿਲਾਂ ਹੀ ਵਿਦਿਆਰਥੀ ਅੱਗੇ ਸਮੱਸਿਆ ਰੱਖ ਸਕਦੇ ਆ ਕੋਈ ਵੀ, ਜਿਵੇਂ ਪ੍ਰਦੂਸ਼ਣ ਵਾਲਾ ਪਾਠ ਕਰਾਉਣਾ ਤਾਂ ਆਪਾਂ ਉਹਨਾਂ ਲਈ ਇਹ ਸਮੱਸਿਆ ਰੱਖ ਸਕਦੇ ਹਾਂ ਕਿ ਅੱਜ ਕੱਲ੍ਹ ਕਿੰਨਾ ਹੀ ਪ੍ਰਦੂਸ਼ਣ ਵੱਧ ਰਿਹਾ। ਪਰ ਹੁਣ ਤਾਂ ਤੁਹਾਨੂੰ ਪਤਾ ਦੱਸਿਆ ਹੀ ਪਹਿਲਾਂ ਵੀ ਕਿ ਕਰੋਨਾ ਵਾਇਰਸ ਕਰਕੇ ਲੋਕਡਾਊਨ ਦੇ ਚੱਕਰ 'ਚ ਪ੍ਰਦੂਸ਼ਣ ਬਹੁਤ ਹੀ ਘੱਟ ਗਿਆ ਹੈ। ਨੰਬਰ 2 ਕੋਈ ਕਿਰਿਆ ਤਜਰਬਾ ਕਰਨਾ ਅਤੇ ਪ੍ਰਸ਼ਨ ਖੜੇ ਕਰਨੇ। ਕੋਈ ਕਿਰਿਆ ਕਰਕੇ ਪਹਿਲਾਂ ਉਹਦੇ ਬਾਰੇ ਦੱਸਣਾ ਜੀ। ਵਿਦਿਆਰਥੀਆਂ ਨੂੰ ਕਿਰਿਆ ਵਿੱਚ ਸ਼ਾਮਲ ਕਰਨਾ ਅਤੇ ਉਹਨਾਂ ਦੇ ਪ੍ਰਸ਼ਨ ਸੁਣਨੇ। ਪੜ੍ਹਾਏ ਜਾਣ ਵਾਲੇ ਟੌਪਿਕ ਨਾਲ ਸੰਬੰਧਿਤ ਵਿਗਿਆਨੀ ਦੀ ਜ਼ਿੰਦਗੀ ਬਾਰੇ ਵੇਰਵਾ ਪੇਸ਼ ਕਰਨੇ। ਕੋਈ ਕਹਾਣੀ ਸੁਣਾਉਣਾ ਜਾਂ ਘਟਨਾ ਦਾ ਹੀ ਵਰਣਨ ਕਰਨਾ। ਨੰਬਰ 6 'ਤੇ ਆਪਾਂ ਕਰਨਾ ਹੀ ਪੇਸ਼ਕਾਰੀ, ਉਸ ਪਾਠ ਬਾਰੇ ਪੂਰਾ ਹੀ ਦੱਸਣਾ, ਪੇਸ਼ਕਾਰੀ ਉਸ ਦੀ ਕਰਨੀ। ਨੰਬਰ 7 'ਤੇ ਆਪਾਂ ਕੀਤਾ ਜੀ ਅੰਕਲਨ। ਇਹ ਉਸ ਤੋਂ ਬਾਅਦ ਬੱਚਿਆਂ ਨੂੰ ਆਪਾਂ ਕੀ ਸਿਖਾਇਆ ਹੈ, ਬੱਚਿਆਂ ਨੇ ਕਿੰਨਾ ਕੁ ਸਿੱਖ ਲਿਆ, ਇਸ ਦਾ ਪਤਾ ਸਾਨੂੰ ਅੰਕਲਨ ਤੋਂ ਹੀ ਲੱਗ ਸਕਦਾ ਜੀ। ਅੰਕਲਨ ਵਿੱਚ ਵੀ ਫਿਰ ਆਪਾਂ ਉਹਨਾਂ ਤੋਂ ਪ੍ਰਸ਼ਨ ਪੁੱਛ ਸਕਦੇ ਹਾਂ ਜੋ ਆਪਾਂ ਉਹਨਾਂ ਨੂੰ ਪਾਠ ਕਰਾਇਆ ਉਸ ਸੰਬੰਧੀ। ਨੰਬਰ 8 ਹੀ ਘਰ ਦਾ ਕੰਮ ਤਾਂ ਦੱਸ ਹੀ ਦਿੱਤਾ ਹੈ। ਘਰ ਦਾ ਕੰਮ ਇਸ ਤਰ੍ਹਾਂ ਦੇਣਾ ਚਾਹੀਦਾ ਤਾਂ ਕਿ ਉਹ ਆਪਣੇ ਆਪ ਸਵੈ ਅਧਿਐਨ ਵਿੱਚ ਵੀ ਲੱਗ ਸਕਣ, ਸੈਲਫ ਸਟੱਡੀ ਵੀ ਕਰ ਸਕਣ। ਹਾਂਜੀ, ਇਸ ਦੇ ਨਾਲ ਹੀ ਆਪਣੀ ਇਹ ਕਲਾਸ ਖਤਮ ਹੁੰਦੀ ਹੈ ਅਤੇ ਇਸ ਤੋਂ ਬਾਅਦ ਤੁਹਾਨੂੰ ਇਹ ਹੋਰ ਕਲਾਸਾਂ ਕਰਾ ਦਿੱਤੀਆਂ ਜਾਣਗੀਆਂ ਸਾਇੰਸ ਦੀਆਂ, ਜਿਸ ਵਿੱਚ ਸਾਰਾ ਸਿਲੇਬਸ ਕਵਰ ਕਰਾ ਦਿੱਤਾ ਜਾਵੇਗਾ। ਅਗਰ ਤੁਸੀਂ ETT ਫਸਟ ਔਰ ਸੈਕਿੰਡ ਈਅਰ ਦੇ ਸਟੂਡੈਂਟ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਵੀਡੀਓਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਅਤੇ ਜੇ ਕੋਈ ਪ੍ਰਸ਼ਨ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ETT ਫਸਟ ਔਰ ਸੈਕਿੰਡ ਈਅਰ ਦੇ ਤੁਹਾਨੂੰ ਇੱਥੇ ਹੀ ਹਰ ਸਬਜੈਕਟਾਂ ਦੀਆਂ ਵੀਡੀਓਸ ਮਿਲ ਜਾਣਗੀਆਂ। ਥੈਂਕ ਯੂ ਜੀ।